हाँ जी, सत श्री अकाल जी सारिਆਂ ਨੂੰ। मैं ਤੁਹਾਡਾ अपना जसप्रीत सिंह अटॉर्नी एट लॉ ਤੇ ਆਪਣਾ ਪ੍ਰੋਗਰਾਮ ਹੈ ਇਸ ਵੀਕ ਦਾ ਇਮੀਗ੍ਰੇਸ਼ਨ ਦਾ ਵੀਕਲੀ ਅਪਡੇਟਸ ਤੇ ਇਹਦੇ ਨਾਲ ਥੋੜੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਆਪਾਂ ਅਪਡੇਟਸ ਦੀ ਗੱਲ ਕਰਦੇ ਹਾਂ ਤੇ ਇਹਦੇ 'ਚ ਜਿਹੜੀ ਇੰਪੋਰਟੈਂਟ ਖਬਰ ਹੈਗੀ ਹੈ ਪਹਿਲੀ ਉਹ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਆ ਕਿ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆਈਸ ਹੈਗੀ ਆ ਉਹ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨੇ ਜਾਂ ਬਿਮਾਰ ਨੇ ਉਹਨਾਂ ਨੂੰ ਅਰੈਸਟ ਨਹੀਂ ਕਰੇਗੀ। ਸੋ ਜੁਲਾਈ 1 ਨੂੰ ਮੈਮੋ ਸਾਈਨ ਕੀਤਾ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਐਕਟਿੰਗ ਡਾਇਰੈਕਟਰ ਟੇਈ ਜੌਨਸਨ ਨੇ ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਵੀ ਲੇਡੀਜ਼ ਨਰਸਿੰਗ ਨੇ ਜਾਂ ਪ੍ਰੈਗਨੈਂਟ ਨੇ ਜਾਂ ਬਿਮਾਰ ਨੇ ਓਲਡ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਊਗਾ। ਸੋ ਜਿਹੜੀ ਪਹਿਲੀ ਸਰਕਾਰ ਦੀ ਪਾਲਿਸੀ ਸੀਗੀ ਕਿ ਹਰੇਕ ਨੂੰ ਅਰੈਸਟ ਕਰਕੇ ਵਾਪਸ ਭੇਜੋ ਜਿਹਦੇ ਡੈਪੂਟੇਸ਼ਨ ਲੱਗੀ ਆ ਉਹਦੇ 'ਤੇ ਇਹਨਾਂ ਨੇ ਜਿਹੜਾ ਹੈਗਾ ਉਹ ਹੁਣ ਪਿੱਛੇ ਮੁੜੇ ਆ। ਤੇ ਜਿਹੜਾ ਗੌਰਮੈਂਟ ਅਕਾਊਂਟੇਬਿਲਿਟੀ ਦੀ ਰਿਪੋਰਟ ਆ ਉਹ ਇਹ ਕਹਿੰਦੀ ਹੈ ਕਿ 2019 ਦੇ ਵਿੱਚ ਆਈਸ ਨੇ 2098 ਪ੍ਰੈਗਨੈਂਟ ਵੂਮਨ ਨੂੰ ਮਤਲਬ ਅਰੈਸਟ ਕੀਤਾ ਤੇ ਉਹਨਾਂ ਨਾਲ 281 ਬਿਮਾਰ ਨੂੰ ਵੀ ਕੀਤਾ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ। ਦੱਸੋ ਤੇ ਇਹ ਹੁਣ ਪਾਲਿਸੀ ਚੇਂਜ ਕੀਤੀ ਹੈ ਸਰਕਾਰ ਨੇ ਕਿਹਾ ਵੀ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਜਾਂ ਬਿਮਾਰ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਏਗਾ। ਇਹਦੇ ਨਾਲ ਜਿਹੜੀ ਦੂਜੀ ਚੰਗੀ ਖਬਰ ਆ ਕਿ ਅਮਰੀਕਾ ਇਕੋਨਮੀ ਜਿਹੜੀ ਹੈਗੀ ਆ ਇਹ ਬੜੀ ਹੁਣ ਤੇਜ਼ੀ ਨਾਲ ਅੱਗੇ ਵਧ ਰਹੀ ਆ। ਪਿਛਲੇ ਹਫ਼ਤੇ ਜਿਹੜੀ ਜੌਬਸ ਰਿਪੋਰਟ ਆਈ ਆ 8 ਲੱਖ ਤੋਂ ਵੱਧ ਜੌਬਸ ਐਡ ਹੋਈਆਂ ਨੇ ਇਕੋਨਮੀ 'ਚ। ਇਹਦੇ ਨਾਲ ਇਕੋਨਮੀ ਹੁਣ ਜਿਉਂ-ਜਿਉਂ ਖੁੱਲ੍ਹ ਰਹੀ ਆ ਤੇ ਸਰਕਾਰ 'ਤੇ ਪ੍ਰੈਸ਼ਰ ਪੈ ਰਿਹਾ ਵੀ ਤੁਸੀਂ ਬਾਰਡਰ ਖੋਲ੍ਹੋ। ਜਿਹੜਾ ਬਾਰਡਰ ਕੈਨੇਡਾ ਵਾਲਾ ਬੰਦ ਆ, ਮੈਕਸੀਕੋ ਵਾਲਾ ਤੇ ਹੋਰਾਂ ਕੰਟਰੀਆਂ ਜਿਵੇਂ ਇੰਡੀਆ ਦੇ ਵੀਜ਼ੇ ਬੰਦ ਨੇ ਜਾਂ ਹੋਰਾਂ ਮੁਲਕਾਂ ਦੇ ਉਹ ਵੀ ਖੋਲ੍ਹੋ। ਸੋ ਦੇਖਦੇ ਹਾਂ ਵੀ ਸਰਕਾਰ ਹੁਣ ਇਹਦੇ 'ਚ ਕੋਈ ਰਿਲੈਕਸੇਸ਼ਨ ਦਿੰਦੀ ਹੈ ਜਾਂ ਕਿੰਨਾ ਟਾਈਮ ਲੱਗੂਗਾ। ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ CDC ਤੋਂ, ਸੈਂਟਰ ਫॉर ਡਿਜ਼ੀਜ਼ ਕੰਟਰੋਲ। ਉਹਨਾਂ ਨੇ ਕਿਹਾ ਜੀ ਕਿ ਅਸੀਂ ਅਮਰੀਕਾ ਦੇ ਵਿੱਚ ਸਕੂਲ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਵੀ ਇਨ ਪਰਸਨ ਕਲਾਸਿਸ ਸ਼ੁਰੂ ਕਰਨ ਫਾਲ ਤੋਂ ਤੇ ਜਿਹੜੇ ਟੀਚਰਸ ਨੂੰ ਤੇ ਸਟੂਡੈਂਟਸ ਨੂੰ ਵੈਕਸੀਨੇਸ਼ਨ ਲੱਗੀ ਹੋਈ ਆ, ਟੀਕੇ ਲੱਗੇ ਆ, ਉਹ ਬਿਨਾਂ ਮਾਸਕ ਤੋਂ ਕਲਾਸ ਦੇ ਵਿੱਚ ਜਾ ਸਕਦੇ ਆ। ਸੋ ਇਹ ਬੜੀ ਇੰਪੋਰਟੈਂਟ ਖਬਰ ਆ। ਸੋ ਆਪ ਹੁਣ ਜਿਹੜੀ CDC ਕਹਿ ਰਹੀ ਹੈ, ਸਰਕਾਰ ਕਹਿ ਰਹੀ ਆ ਸਕੂਲਾਂ ਨੂੰ ਕਿ ਤੁਸੀਂ ਇਨ ਪਰਸਨ ਕਲਾਸਿਸ ਸ਼ੁਰੂ ਕਰੋ ਕਿ ਆਮੋ ਸਾਹਮਣੇ ਜਿਹੜੀ ਬਹਿ ਕੇ ਪੜ੍ਹਾਈ ਹੁੰਦੀ ਆ ਹੋਵੇ। ਉਹਦੀ ਜਿਵੇਂ ਅੱਗੇ ਬੰਦ ਸੀਗੀ ਤੇ ਉਹ ਹੁਣ ਸ਼ੁਰੂ ਹੋਣ ਜਾ ਰਹੀ ਆ। ਬਾਕੀ ਸਕੂਲਾਂ 'ਤੇ ਡਿਪੈਂਡ ਕਰੂਗਾ ਉਹ ਕੀ ਕਰਦੇ ਆ ਤੇ ਇਹ ਹੁਣ ਦੇਖਣ ਵਾਲੀ ਗੱਲ ਆ। ਅਗਲੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜਾ US ਸੁਪਰੀਮ ਕੋਰਟ ਦਾ ਫੈਸਲਾ ਆਇਆ, ਕੇਸ ਦਾ ਨਾਂ ਹੈਗਾ ਜੌਨਸਨ ਵਰਸਸ ਗੁਜ਼ਮੈਨ ਸ਼ਾਵੇਜ਼। ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਬੰਦੇ ਇੱਥੋਂ ਡਿਪੋਰਟ ਹੋ ਕੇ ਜਾਂਦੇ ਆ ਉਹ ਜੇ ਵਾਪਸ ਆ ਜਾਂਦੇ ਕਿਸੇ ਵਜ੍ਹਾ ਕਰਕੇ ਤਾਂ ਇੱਥੇ ਕੇਸ ਅਪਲਾਈ ਕਰਦੇ ਵਿਦ ਹੋਲਡਿੰਗ ਦਾ ਕਿ ਮੈਨੂੰ ਮੇਰੀ ਕੰਟਰੀ 'ਚ ਮਤਲਬ ਬਹੁਤ ਖਤਰਾ, ਮੈਂ ਨਹੀਂ ਰਹਿ ਸਕਿਆ ਉੱਥੇ, ਉਹਨਾਂ ਨੂੰ ਜ਼ਮਾਨਤ 'ਤੇ ਨਹੀਂ ਛੱਡਿਆ ਜਾਏਗਾ, ਬੌਂਡ ਨਹੀਂ ਹੋਏਗਾ। ਸੋ ਇਹ ਬੜਾ ਇੰਪੋਰਟੈਂਟ ਕੇਸ ਆ ਉਹਨਾਂ ਵਾਸਤੇ ਜਿਹੜੇ ਬੰਦੇ ਇੱਥੋਂ ਗਏ ਆ ਤੇ ਫਿਰ ਦੁਬਾਰਾ ਆ ਜਾਂਦੇ ਆ ਤੇ ਉਹਨਾਂ ਦੇ ਜਿਹੜੀ ਡੈਪੂਟੇਸ਼ਨ ਆ 5 ਸਾਲ 10 ਸਾਲ ਜਾਂ ਇੰਨੇ ਟਾਈਮ ਦੀ ਲੱਗੀ ਹੁੰਦੀ ਆ ਤਾਂ ਇੱਥੇ ਆ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਛੱਡਿਆ ਜਾਵੇ। ਉਹ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ, ਉਹਨਾਂ ਨੂੰ ਡਿਟੈਂਸ਼ਨ 'ਚ ਹੀ ਰਹਿਣਾ ਪਏਗਾ। ਤੇ ਇਹਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੀਆਂ ਬਾਰਡਰ ਕ੍ਰਾਸਿੰਗਸ ਨੇ ਉਹਨਾਂ 'ਤੇ ਇਹ ਸਰਕਾਰ ਨੇ ਇਹ ਕਿਹਾ ਵੀ ਜਿਹੜੇ ਹਸਬੈਂਡ ਵਾਈਫ ਤੇ ਬੱਚੇ ਆਉਂਦੇ ਆ ਖਾਸ ਕਰਕੇ ਉਹਨਾਂ ਦੇ ਵਿੱਚ ਵੀ ਜੇ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਤਾਂ ਉਹਨਾਂ ਨੂੰ ਜਲਦੀ ਛੱਡਿਆ ਜਾਊਗਾ। ਜਿਵੇਂ ਪਿੱਛੇ ਮੈਂ ਦੱਸਿਆ ਹੀ ਸੀ ਕਿ ਇਹਨਾਂ ਦੇ ਕੇਸ ਜਿਹੜੇ ਆ ਉਹ 300 ਦਿਨ ਦੇ ਵਿੱਚ ਸਰਕਾਰ ਡਿਸਾਈਡ ਕਰੇਗੀ। ਤੇ ਇਹਦੇ ਨਾਲ ਜਿਹੜੇ 18 ਸਾਲ ਤੋਂ ਉੱਪਰ ਆਉਂਦੇ ਆ ਪਰ ਉਹਨਾਂ ਨੂੰ ਕ੍ਰੈਡੀਬਲ ਫੀਅਰ 'ਚੋਂ ਲੰਘਣਾ ਪੈਂਦਾ ਤੇ ਉਹਨਾਂ ਦੀ ਕ੍ਰੈਡੀਬਲ ਫੀਅਰ ਦੀ ਇੰਟਰਵਿਊ ਨੂੰ ਅੱਜ ਕੱਲ੍ਹ 3-3 4-4 ਮਹੀਨੇ ਲੱਗਦੇ, ਪਰ ਸਰਕਾਰ ਨੇ ਕਿਹਾ ਵੀ ਜਲਦੀ ਉਹਨੂੰ ਕਰੋ। ਸੋ ਦੇਖਦੇ ਹਾਂ ਕਿੰਨੀ ਕੁ ਉਹਦੇ 'ਚ ਜਿਹੜੀ ਹੈਗੀ ਤੇਜ਼ੀ ਹੁੰਦੀ ਆ। ਤੇ ਇਹ ਤਾਂ ਸੀਗੇ ਜਿਹੜੀਆਂ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ ਸੀ ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾ ਜਿਹੜਾ ਸਵਾਲ ਆ ਉਹ ਇਹ ਹੈਗਾ ਕਿ ਉਹ ਇਹ ਕਹਿ ਰਹੇ ਆ ਕਿ CSBA ਦੀ ਕੈਲਕੂਲੇਸ਼ਨ ਜਿਹੜੀ ਆ ਉਹ ਕੀ ਆ 21 ਸਾਲ ਤੋਂ। ਉਹ ਕਹਿੰਦੇ ਵੀ 3-4 ਮਹੀਨੇ ਉੱਪਰ ਹੋਏ ਆ ਤਾਂ ਅਸੀਂ ਆ ਸਕਦੇ ਹਾਂ ਕਿ ਨਹੀਂ। ਦੇਖੋ ਇਸ ਤਰ੍ਹਾਂ ਜੀ ਕਿ ਜਿਹੜਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਹੈਗਾ ਇਹਦੇ ਅੰਡਰ ਜਿਹੜੀ ਕੈਲਕੂਲੇਸ਼ਨ ਹੈਗੀ ਆ ਉਹ ਇਹ ਆ ਕਿ ਜਦੋਂ ਕੇਸ ਅਪਲਾਈ ਹੁੰਦਾ ਉਹ ਟਾਈਮ ਦੇਖਿਆ ਜਾਂਦਾ, ਜਦੋਂ ਅਪਰੂਵਲ ਹੁੰਦੀ ਆ ਉਹ ਟਾਈਮ ਦੇਖਿਆ ਜਾਂਦਾ। ਫਿਰ ਜਦੋਂ ਕਰੰਟ ਹੁੰਦੀ, ਜਿਵੇਂ ਹੁਣ ਜਿਹੜਾ ਚੱਲ ਰਿਹਾ ਵੀਜ਼ਾ ਬੁਲੇਟਿਨ 'ਤੇ ਉਹ ਚੱਲ ਰਹੀ ਹੈ ਡੇਟ F4 ਕੈਟੇਗਰੀ 'ਚ 15 ਅਗਸਤ 2005, F3 ਚੱਲ ਰਹੀ ਆ 1 ਨਵੰਬਰ 2008। ਸੋ ਜੇ ਇਹਨਾਂ ਡੇਟਾਂ ਦੇ ਵਿੱਚ ਤੁਸੀਂ ਹੁਣ ਹੈਗੇ ਹੋ ਤਾਂ ਤੁਹਾਡੀ ਉਮਰ ਦੇਖੀ ਜਾਊਗੀ। ਜੇ ਅਪਰੂਵਲ ਦੇ ਵਿੱਚ ਅਤੇ ਅਪਲਾਈ ਕਰਨ ਦੇ ਵਿੱਚ ਜਿਹੜਾ ਟਾਈਮ ਹੈ 'ਚੋਂ ਕੱਢਣਾ ਤੁਹਾਡੀ ਉਮਰ 'ਚੋਂ, ਜੇ ਕੱਢ ਕੇ 21 ਤੋਂ ਘੱਟ ਬਣਦਾ ਤਾਂ ਫਿਰ ਤੁਸੀਂ ਕਵਰ ਹੋਵੋਗੇ। ਸੋ ਇੱਦਾਂ ਇਹਦੀ ਕੈਲਕੂਲੇਸ਼ਨ ਹੈ ਇੱਕ। ਜੇ ਤੁਸੀਂ ਕੈਲਕੂਲੇਸ਼ਨ ਦੇ ਵਿੱਚ ਆਉਂਦੇ ਆ ਤਾਂ ਫਿਰ ਭਾਵੇਂ 21 ਤੋਂ ਉੱਪਰ ਵੀ ਹੋ ਜਾਓ, ਤੁਸੀਂ 2 ਮਹੀਨੇ 4 ਮਹੀਨੇ ਭਾਵੇਂ 2 ਸਾਲ ਉੱਪਰ ਹੋ ਜਾਓ, ਫਿਰ ਵੀ ਤੁਸੀਂ ਕਵਰ ਹੋ ਸਕਦੇ ਹੋ। ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ ਮੇਰੇ ਫਾਦਰ ਸਿਟੀਜ਼ਨ ਨੇ ਅਤੇ ਉਹਨਾਂ ਨੇ OCI ਕਾਰਡ ਲਿਆ ਅਤੇ ਉਹ ਇੰਡੀਆ ਦੇ ਵਿੱਚ ਰਹਿ ਰਹੇ ਨੇ ਅਤੇ ਉਹ ਉੱਥੇ ਰਹਿ ਸਕਦੇ ਆ, ਬੱਚਿਆਂ ਦਾ ਅਪਲਾਈ ਕੀਤਾ। ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਕੇਸ ਹੁੰਦੇ ਨੇ ਤੁਸੀਂ ਰਹਿ ਤਾਂ ਸਕਦੇ ਹੋ, ਪਰ
जो असीं अप्लाई किया सानूं इत्थों का डोमिसाइल शो करना पैंदा, इत्थों सारा पेपर वर्क शो करना पैंदा। जे तुहाडे कोल डोमिसाइल इत्थों का नहीं है तो तुहानूं वो फिर इत्थे आउण दे विच प्रॉब्लम आ सकदी है। अगला सवाल है जी कि जिहड़ा वो ये कह रहे हैं कि F3 कैटेगरी 20 सितंबर 2007 नूं केस लग्या होया, इंटरव्यू कदों आवेगी। देखो 20 सितंबर 2007 नूं जे F3 का केस है, अजे उत्थे F3 का 2008 चल रहा, सो इंटरव्यू तुहाडी अगे पहला बंद रहा, 1 साल उहदे करके डिले आ। तुसीं पता करदे रहो, तुहाडी इंटरव्यू आ सकदी है गांह नूं, ते क्योंकि इंटरव्यूआं शुरू हो गईਆਂ हुण जून तो दोबारा ते आउण दी उम्मीद हैगी आ। बाकी तुसीं उहनां नाल जिहड़ा हैगा वो कॉन्टैक्ट भी करो। अगला सवाल है जी, वो ये कह रहे हैं कि हुण कैंप चों डिपोर्ट तो नहीं करते हैं जी। जे फाइकरो किसी की क्रैडिबल फेयर इंटरव्यू फेल हो जाए, 18 साल तो उपर उम्र के आउंदे आ, जे उन्होंने क्रैडिबल फेयर इंटरव्यू फेल हो जाए, उन्होंने एक मौका इमीग्रेशन जज को होंदा, उत्थे फेल हो जाए फिर डिपोर्ट करते हैं, डेपूटेशन लगती है। ये नहीं है भी किसी को डिपोर्ट नहीं करते, डेपूटेशन हैगी। पर ਜਿਹੜੇ फैमिलीज़ नाल आउंदे आ ਜਾਂ 18 साल तो घੱਟ उम्र के आउंदे आ, उन्होंने छेती छड्डदे आ, दूजिਆਂ ਦੇ ਤਾਂ पूरी सख्ती हैगी है। अगला सवाल है जी कि जे USA सिटीजन का बेबी का पासपोर्ट कितों बनता, किवें बनता? देखो वो अमरीका तो ही बनता जी, कि इत्थों पासपोर्ट जिहड़ा हैगा इत्थे जिहड़ा पोस्ट ऑफिस आ उत्थे अपलाई करना पैंदा ते उत्थों बनता। बाकी जे बच्चा इंडिया च तुसीं एम्बैसी नाल कॉन्टैक्ट कर सकते हो, एम्बैसी वाले भी उत्थे इहदे च हैल्प कर सकते हैं। अगला सवाल है जी विजिटर वीजे बारे दसो कि जिहड़ा एक्स आर्मी मैन आ वो लै सकदा विजिटर वीज़ा। देखो इस तरह जी कि जिहड़ा विजिटर वीज़ा इहदे वास्ते जिहड़ा क्राइटेरिया हुंदा भी जिहड़ा बंदा हैगा भी मुड़ के वापस आऊगा कि नहीं। उन्होंने देखना भी किते इहदे कोल टाइज हैगियां अपनी कंट्री दे नाल, कि ये सिर्फ घुम्मण फिर नहीं चलिया कि रहण चलिया पक्का ही। सो इस करके जे वो देखण भी टाइज हैगियां तो फिर वो बंदा मतलब वापस आएगा तो विजिटर वीज़ा जिहड़ा उन्होंने दे देंगे आ। सो जे वो मतलब सैटिस्फाई होण, बाकी इहदा कोई पक्का नहीं हुंदा भी मिलना ही मिलना जां नहीं मिलना। उदों बाद अगला केस है जी कि F4 कैटेगरी कहते केस अप्रूव होया साडा, ते वो असीं जद अपलाई कीता सी उदों अनमैरिड सी, तो हुण मैरिज हो गई आ ते वो ऐड होणगे। हाँ जी बिल्कुल, F4 कैटेगरी जिहड़ी भरा भैण दी कैटेगरी आ, तुसीं इहदे विच जदों अपलाई करदे हो तां इह च मैरिड दा जिहड़ा हैगा वो भी अपलाई हो सकदा, अनमैरिड भी हो सकदा। जे अनमैरिड मैरिड हो जाए वो भी ऐड हो जाता, सो कोई फर्क नहीं पैंदा, जिहड़े मैरिड आ वो भी आ जाओगे। उदों बाद जी कहंदे ने कि सर F4 स्टेटस रिफ्यूज़ शो कर रहा F4 कैटेगरी का साडा, तो ये की करिए। जे रिफ्यूज़ शो कर रहा तो फिर ये देखना पैना भी क्यों रिफ्यूज़ होया, जां कोई डॉकूमेंट मंगे नहीं पहुँचे उन्होंने, तो ये देखना पऊगा, तो जां तां रीओपन करवाना पऊ जां दोबारा अपील करनी पऊगी। तो अगला सवाल है जी कि F4 कैटेगरी की इंटरव्यू कहते हुण आ रही ने। हाँ जी F4 इंटरव्यू दियाँ आ रही ने, तो क्योंकि हुण दोबारा जून तो खुलियां ने जिहड़ियां इंटरव्यूज़ ने आ रही ने, पर घट आ रही पर आ रही जरूर। अगला सवाल है जी कि वो ये कह रहे हैं कि असैलम अप्लाई किया 2015 के कोई डेट नहीं आई। ਜਿਹੜੇ ਪੁਰਾਣੇ ਕੇਸ ਸੀ 18 ਤੋਂ ਪਹਿਲਾਂ ਦੇ, ਉਹ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਇੰਟਰਵਿਊਜ਼ ਬੰਦ ਕੀਤੀਆਂ ਸੀਗੀਆਂ, ਉਹ ਇਹਨਾਂ ਨੇ ਹੁਣ ਖੋਲ੍ਹਤੀਆਂ, ਹੁਣ ਡੇਟਾਂ ਆਉਣਗੀਆਂ। ਹੁਣ ਤੁਸੀਂ ਦੇਖੋਗੇ ਆਉਂਦੇ ਮਹੀਨਿਆਂ ਦੇ ਵਿੱਚ ਡੇਟਾਂ ਤੁਹਾਡੀਆਂ ਆ ਸਕਦੀਆਂ। ਉਦੋਂ ਬਾਅਦ ਹੈ ਜੀ F4 ਕੈਟੇਗਰੀ 'ਚ 6 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? ਅਜੇ ਚੱਲ ਰਿਹਾ ਜੀ 15 ਅਗਸਤ 2005, ਸੋ 6 'ਚ ਅਪਲਾਈ ਕੀਤਾ, ਇਹਨੂੰ ਟਾਈਮ ਲੱਗੂਗਾ ਜੀ, ਇਹਨੂੰ ਸਾਲ ਹੋਰ ਲੱਗ ਸਕਦਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ 2005 'ਚ DNA ਹੋਇਆ ਸੀ F4 'ਚ, ਤੇ ਫਿਰ ਅਪਰੂਵਲ ਵੀ ਹੋ ਗਈ ਸੀ, ਤੇ ਹੁਣ ਕਿੰਨਾ ਟਾਈਮ ਲੱਗੂਗਾ? ਇਹ 'ਚ ਜੇ ਅਪਰੂਵਲ ਹੋ ਗਈ ਆ ਤਾਂ ਠੀਕ ਆ, ਪਰ ਇਹ ਦੇਖਣਾ ਪੈਣਾ ਵੀ ਤੁਸੀਂ ਅਪਲਾਈ ਕਿਹੜੇ ਸਾਲ ਕੀਤਾ, ਕਿਉਂਕਿ ਪ੍ਰਾਇਓਰਟੀ ਤਾਂ ਉੱਥੋਂ ਗਿਣੀ ਜਾਣੀ ਆ। ਜੇ ਅਪਰੂਵਲ 15 'ਚ ਹੋਈ ਆ ਤੇ ਅਪਲਾਈ ਕਿਹੜੇ ਸਾਲ ਦਾ? ਜਿਹਦਾ ਹੁਣ ਤੁਸੀਂ 2005 'ਚ ਅਪਲਾਈ ਕੀਤਾ ਫਿਰ ਡੇਟਾਂ ਹੁਣ ਆ ਰਹੀਆਂ, ਪਰ ਜੇ ਅਪਲਾਈ ਤੁਸੀਂ 2010 'ਚ ਕੀਤਾ ਜਾਂ 9 'ਚ ਕੀਤਾ ਜਾਂ 8 'ਚ ਕੀਤਾ, ਫਿਰ ਅਜੇ ਟਾਈਮ ਲੱਗੂਗਾ ਇਹਨੂੰ। ਉਸ ਹਿਸਾਬ ਨਾਲ 15 ਸਾਲ ਲੱਗ ਰਹੇ ਆ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਨੇ ਕਿ ਕਾफ़ी ਸਲੋ ਚੱਲ ਰਿਹਾ ਪ੍ਰੋਸੈਸ, ਤੇ ਤੇਜ਼ ਹੋ ਸਕਦਾ। देखो इस तरह है कि क्योंकि काफ़ी बैकलॉग इकट्ठा हो गया, तो वो हुण उहनूं जिहड़ा हुण दूर होने टाइम तो लगूगा, देखते हैं कितना टाइम लगता। सो ये हुण जिहड़ा हैगा ये देखने वाली गल आ, पर अजे काफ़ी बैकलॉग हैगा। साडी प्रायोरिटी कह रहे F3 करके अगस्त 2009 की, कितना टाइम लगूगा? हुण चल रहा जी 1 नवंबर 2008, तो टाइम लगूगा। तुहानूं मैं कैटेगरियां बारे थोड़ा दसदा कि F4 कैटेगरी चल रहा हुण 15 अगस्त 2005, F3 चल रहा 1 नवंबर 2008, F2B कैटेगरी चल रहा जी 15 सितंबर 2005, F2A करंट आ, तो F1 चल रहा 15 नवंबर 2014। तो जी F4 कैटेगरी होंगी भरा भैन की सिटीजन, तो F3 हैगी जिहड़े माँ बाप अपलाई करते हैं मैरिड बच्चों का सिटीजन। F2B है जिहड़े अनमैरिड बच्चे ने ग्रीन कार्ड होल्डर्स ओवर 21, F2A है ग्रीन कार्ड होल्डर्स के हसबैंड वाइफ ते जिहड़े 21 साल तो घट बच्चे आ। तो इदां ही जिहड़े डॉकूमेंट मंग रहे हैं वो है F4 च
1 ਦਸੰਬਰ 2005, F3 ਚ 22 ਅਗਸਤ 2009, F2B ਚ 22 ਸਤੰਬਰ 2016, F2A ਚ 1 ਜੂਨ 2021 ਤੇ F1 ਚ 15 ਮਈ 2016। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਕਹਿੰਦੇ ਸਾਡਾ ਕਿ 2007 ਚ ਲੱਗਿਆ ਤੇ 14 ਸਾਲ ਪੂਰੇ ਹੋ ਗਏ, ਕਿੰਨਾ ਟਾਈਮ ਲੱਗੂਗਾ? ਜੇ ਤਾਂ 2005 ਚੱਲ ਰਿਹਾ ਜੀ ਤੇ 2 ਸਾਲ ਅਜੇ ਹੋਰ ਲੱਗ ਸਕਦੇ ਆ। ਤੇ ਅਗਲਾ ਸਵਾਲ ਉਹਨਾਂ ਨੇ ਉਹ ਸੇਮ ਕਿਸਮ ਦਾ ਹੀ, ਉਹ ਕਹਿੰਦੇ ਸਾਡਾ 2006 ਚ ਅਪਲਾਈ ਕੀਤਾ ਸੀ, ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਆ ਤੇ ਉਹਦਾ ਕੀ ਹੋਊਗਾ? ਉਹ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋਊਗਾ ਤਾਂ ਆ ਸਕਦਾ। ਉਹਦੀ ਮੈਂ ਕੈਲਕੂਲੇਸ਼ਨ ਦੱਸ ਕੇ ਹਟਿਆ ਵੀ ਉਹ 'ਚ ਦੇਖਣਾ ਪੈਂਦਾ ਵੀ ਜਦੋਂ ਅਪਲਾਈ ਕੀਤਾ ਕੇਸ ਉਦੋਂ ਜਿਹੜੀ ਕਿੰਨੀ ਉਮਰ ਸੀ, ਫਿਰ ਜਦੋਂ ਅਪਰੂਵ ਹੋਇਆ ਉਦੋਂ ਕਿੰਨੀ ਉਮਰ ਸੀ, ਫਿਰ ਜਦੋਂ ਹੁਣ ਪ੍ਰਾਇਓਰਟੀ ਡੇਟ ਕਰੰਟ ਹੋਣੀ ਉਦੋਂ ਕਿੰਨੀ ਉਮਰ ਆ, ਉਹ ਟਾਈਮ ਉਹ 'ਚੋਂ ਕੱਢਿਆ ਜਾਂਦਾ। ਜੇ 21 ਤੋਂ ਘੱਟ ਰਹਿ ਗਿਆ ਤਾਂ ਆ ਸਕਦਾ, ਉਹਦੀ ਕੈਲਕੂਲੇਸ਼ਨ ਦੇਖਣਾ ਪੈਣਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਹੁਣ ਵਿਜ਼ਟਰ ਵੀਜ਼ੇ ਦੀਆਂ ਇੰਟਰਵਿਊ ਕਦੋਂ ਖੁੱਲ੍ਹਣਗੇ? ਵਿਜ਼ਟਰ ਵੀਜ਼ੇ ਨੂੰ ਟਾਈਮ ਲੱਗੂਗਾ ਜੀ ਅਜੇ, ਤੇ ਵੈਸੇ ਦਬਾਅ ਕਾਫੀ ਸਰਕਾਰ ਤੇ ਪੈ ਰਿਹਾ ਵੀ ਖੋਲ੍ਹੋ, ਪਰ ਅਜੇ ਤੱਕ ਉਹਨਾਂ ਨੇ ਖੋਲ੍ਹੀਆਂ ਨਹੀਂ। ਹੁਣ ਦੇਖੋ ਕਿੰਨਾ ਟਾਈਮ ਲੱਗਦਾ। ਤੇ ਅਗਲਾ ਸਵਾਲ ਵੀ ਇਹਦੇ ਨਾਲ ਮਿਲਿਆ ਜੁਲਿਆ, ਉਹ ਕਹਿੰਦੇ ਕਿ ਅਮਰੀਕਾ ਦੀਆਂ ਫਲਾਈਟਸ ਓਪਨ ਹੋਈਆਂ ਕਿ ਨਹੀਂ? ਅਜੇ ਨਹੀਂ ਹੋਈਆਂ ਜੀ, ਅਜੇ ਸਟਿਲ ਬੰਦ ਨੇ ਤੇ ਇਹਨੂੰ ਹੁਣ ਟਾਈਮ ਅਜੇ ਲੱਗੇਗਾ। ਤੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਹਨੂੰ ਕਿੰਨਾ ਟਾਈਮ ਲੱਗਦਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਕਹਿੰਦੇ ਸਾਡਾ 2009 ਚ ਪ੍ਰਾਇਓਰਟੀ ਡੇਟ ਹੈਗੀ ਆ, F3 ਚ ਕਿੰਨਾ ਟਾਈਮ ਲੱਗੇਗਾ? ਅਜੇ F3 ਦੇ ਵਿੱਚ 2008 ਚੱਲ ਰਿਹਾ ਜੀ, 9 ਆ ਤੇ 1 ਸਾਲ ਤਕਰੀਬਨ ਹੋਰ ਲੱਗ ਸਕਦਾ ਤੇ ਇਹਨੂੰ ਜਿਹੜਾ ਹੈਗਾ ਟਾਈਮ ਉਹ ਲੱਗੇਗਾ। ਅਗਲਾ ਸਵਾਲ ਫੇਰ ਹੈ ਜੀ ਕਿ ਤੁਸੀਂ ਅੰਬੈਸੀ ਜਿਹੜੀ ਹੈਗੀ ਆ ਮੁੰਬਈ ਤੋਂ ਦਿੱਲੀ ਕਦੋਂ ਮੂਵ ਹੋ ਰਹੀ ਆ? ਦੇਖੋ ਇਹ ਕਾਫੀ ਮੁਸ਼ਕਿਲ ਆ ਪੰਜਾਬ ਵਾਲਿਆਂ ਨੂੰ ਬੰਬੇ ਜਾਣਾ, ਮੁੰਬਈ ਜਾਣਾ। ਮੂਵ ਹੋਣੀ ਚਾਹੀਦੀ ਹੈ, ਇਹ ਪਹਿਲੀ ਸਰਕਾਰ ਦਾ ਫੈਸਲਾ ਸੀ, ਪਰ ਇਹ ਸਰਕਾਰ ਤੇ ਦਬਾਅ ਕਈ ਪਾਸਿਓਂ ਪੈ ਰਿਹਾ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਪਾ ਰਹੀਆਂ ਨੇ। ਸਾਡੀ ਵੀ ਮੀਟਿੰਗ 2 ਸੈਂਟਰਾਂ ਨਾਲ ਇਸ ਮਹੀਨੇ ਹੋਣੀ ਆ, ਉਹਨਾਂ ਨਾਲ ਅਸੀਂ ਦਬਾਅ ਪਾਵਾਂਗੇ ਆਪਣੇ ਵੱਲੋਂ ਵੀ। ਸਾਡੇ ਪੰਜਾਬੀਆਂ ਨੂੰ ਬੜਾ ਔਖਾ ਜਾ ਕੇ ਦਿੱਲੀ ਰਹਿਣਾ ਤੇ ਮਤਲਬ ਬੰਬੇ ਰਹਿਣਾ, ਜਾ ਕੇ ਦਿੱਲੀ ਸੌਖਾ ਉਹਨਾਂ ਨੂੰ, ਤੇ ਇਸ ਕਰਕੇ ਉਹਨਾਂ ਦਾ ਕੇਸ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਬੈਟਰ ਰਹੂਗਾ। ਤੇ ਇਹਨਾਂ ਦੇ ਕੇਸ ਜਿਹੜੇ ਨੇ ਉਹ ਦਿੱਲੀ ਪ੍ਰੋਸੈਸ ਕਰੋ ਤੇ ਬੰਬੇ ਤੋਂ ਦਿੱਲੀ ਭੇਜੋ, ਮੁੰਬਈ ਤੋਂ। ਇਹ ਅਸੀਂ ਉਹਨਾਂ ਨੂੰ ਇਹ ਗੱਲ ਕਹਿਣੀ ਹੈ। ਤੇ ਉਸ ਤੋਂ ਇਲਾਵਾ ਅਗਲਾ ਸਵਾਲ ਹੈ ਜੀ ਕਿ ਵਰਕ ਪਰਮਿਟ ਅਸਾਈਲਮ ਦਾ ਅਪਲਾਈ ਕੀਤਾ ਸੀਗਾ ਤੇ ਇਹਨੂੰ ਹੁਣ 6 ਮਹੀਨੇ ਤੋਂ ਉੱਪਰ ਹੋ ਗਏ ਰਿਨਿਊਅਲ ਨੂੰ। ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ ਜੀ, 6 ਮਹੀਨੇ ਤਾਂ ਲੱਗ ਰਹੇ ਨੇ, ਕਿ ਇਹਨੂੰ 8-8 ਮਹੀਨੇ 9-9 ਮਹੀਨੇ ਵੀ ਲੱਗ ਰਹੇ ਆ, ਇਹਨੂੰ ਟਾਈਮ ਲੱਗ ਰਿਹਾ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ ਤੇ ਫਿਰ ਦੇਖਦੇ ਹਾਂ ਵੀ ਇਹਦੇ 'ਚ ਕਿੰਨਾ ਟਾਈਮ ਹੈ, ਪਰ ਇਹ 'ਚ ਮਤਲਬ ਕਾਫੀ ਟਾਈਮ ਲੱਗ ਰਿਹਾ। ਇਹ ਸਰਕਾਰ ਅਜੇ ਇਹਨਾਂ ਕੋਸ਼ਿਸ਼ ਤਾਂ ਕੀਤੀ ਆ, ਪਰ ਅਜੇ ਟਾਈਮ ਜਿਹੜਾ ਹੈਗਾ ਫਰੇਮ ਉਹ ਘੱਟ ਨਹੀਂ ਇਹ ਕਰ ਸਕੇ, ਉਹ ਜਿੰਨਾ ਪਹਿਲਾਂ ਲੱਗਦਾ ਸੀ ਓਨਾ ਹੀ ਲੱਗ ਰਿਹਾ। ਤੇ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਜਿਹੜੀਆਂ ਇੰਟਰਵਿਊਜ਼ ਵਗੈਰਾ ਹੈਗੀਆਂ ਅਸਾਈਲਮ ਦੀਆਂ ਉਹ ਕਦੋਂ ਆਉਣਗੀਆਂ, ਕਦੋਂ ਦੇਖੋ ਇੰਟਰਵਿਊਜ਼ ਆਉਣੀਆਂ ਸ਼ੁਰੂ ਹੋਣਗੀਆਂ ਅਸਾਈਲਮ ਦੀਆਂ ਆ ਰਹੇ। ਅਤੇ ਅਜੇ ਇਹ ਆ ਕਿ ਉਹ ਮਤਲਬ ਅੱਗੇ ਨਾਲੋਂ ਫਾਸਟ ਹੋ ਗਿਆ ਕੰਮ, ਦੇ ਰਹੇ ਨੇ ਇੰਟਰਵਿਊਆਂ, ਪਰ ਜ਼ਿਆਦਾ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਕੇਸ ਹੁਣ ਅਪਲਾਈ ਕਰਦੇ ਨੇ। ਜਿਹੜੇ ਪੁਰਾਣੇ ਆ ਉਹਨਾਂ ਨੂੰ ਵੀ ਦੇਣਗੇ, ਉਹ ਕਹਿ ਰਹੇ ਆ ਅਸੀਂ ਦੇਵਾਂਗੇ। ਤੇ ਜੇ ਕਿਸੇ ਨੇ ਇੰਟਰਵਿਊ ਲੈਣੀ ਆ ਉਹ ਲੈ ਵੀ ਸਕਦਾ, ਉਹਨਾਂ ਨਾਲ ਕੰਟੈਕਟ ਕਰਕੇ, ਉਹਨਾਂ ਦਾ ਵਕੀਲ ਕਰ ਸਕਦਾ। ਸੋ ਸਾਡੇ ਨਾਲ ਕੰਟੈਕਟ ਕਰ ਲਓ, ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਇੰਟਰਵਿਊ ਕਢਾ ਸਕਦੇ ਹਾਂ। ਹੁਣ ਕਿਉਂਕਿ ਪਹਿਲੀ ਸਰਕਾਰ ਨੇ ਬੈਨ ਲਾਇਆ ਸੀ, ਇਹਨਾਂ ਵੱਲੋਂ ਕੋਈ ਬੈਨ ਨਹੀਂ ਆ, ਸੋ ਇੰਟਰਵਿਊਆਂ ਜਿਹੜੀਆਂ ਨੇ ਆ ਸਕਦੀਆਂ ਨੇ। ਤੇ ਕੁਛ ਜਿਹੜੇ ਹੈਗੇ ਆ ਉਹ ਤੁਹਾਡੇ ਧੰਨਵਾਦ ਆਏ ਨੇ, ਉਹ ਧੰਨਵਾਦ ਇਸ ਕਰਕੇ ਆਏ ਆ ਕਿ ਗੁਰਬੀਰ ਸਿੰਘ ਗਰੇਵਾਲ ਨੂੰ ਜਿਹੜੇ ਅਟਾਰਨੀ ਜਨਰਲ ਨਿਊ ਜਰਸੀ ਦੇ, ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟਰ ਬਣਾਇਆ ਗਿਆ SEC ਦਾ, ਸਾਰੇ ਅਮਰੀਕਾ ਦਾ। ਮੇਰੇ ਉਹ ਬ੍ਰਦਰ ਇਨ ਲਾਅ ਨੇ ਤੇ ਮੇਰੇ ਛੋਟੀ ਸਿਸਟਰ ਉਹਨਾਂ ਨੂੰ ਮੈਰਿਡ ਨੇ, ਉਸ ਕਰਕੇ ਮੈਨੂੰ ਕਈਆਂ ਨੇ ਜਿਹੜਾ ਹੈਗਾ ਵਧਾਈ ਦਿੱਤੀ ਆ ਤੇ ਮੈਂ ਉਹਨਾਂ ਦਾ ਬਹੁਤ ਜਿਹੜਾ ਧੰਨਵਾਦੀ ਆ। ਕਿ ਇਹ ਸਾਰੇ ਪੰਜਾਬੀਆਂ ਲਈ, ਸਾਰੇ ਸਿੱਖਾਂ ਲਈ ਮਾਣ ਵਾਲੀ ਗੱਲ ਆ, ਕਿਉਂਕਿ ਗੁਰਬੀਰ ਸਿੰਘ ਗਰੇਵਾਲ ਜਿਹੜੇ ਨੇ ਉਹ ਸਭ ਤੋਂ ਲੰਬਾ ਸਮਾਂ ਅਟਾਰਨੀ ਜਨਰਲ ਰਹੇ ਨੇ ਨਿਊ ਜਰਸੀ ਦੇ, ਤੇ ਪਹਿਲੇ ਪੰਜਾਬੀ ਦੇ ਸਿੱਖ ਅਟਾਰਨੀ ਜਨਰਲ ਨੇ। ਹੁਣ ਪਹਿਲੇ ਹੀ ਉਹ ਪੰਜਾਬੀ ਦੇ ਸਿੱਖ ਹੋਣਗੇ ਡਾਇਰੈਕਟਰ ਫਾਰ ਇਨਫੋਰਸਮੈਂਟ। ਉਹਨਾਂ ਦੇ ਅੰਡਰ ਜਿਹੜਾ ਸਾਰਾ ਅਮਰੀਕਾ ਦੇ ਤਕਰੀਬਨ 1500 ਵਕੀਲ ਹੋਣਗੇ ਤੇ ਉਹਨਾਂ ਦਾ ਕੰਮ ਹੈਗਾ ਵੀ ਜਿਹੜੀਆਂ ਮਾਰਕੀਟਸ ਹੁੰਦੀਆਂ ਨੇ, ਜਿਹੜੀ ਵਾਲ ਸਟਰੀਟ ਆ ਉਹਦੇ ਉੱਤੇ ਜਿਹੜੇ ਸ਼ੇਅਰ ਵੇਚੇ ਖਰੀਦੇ ਜਾਂਦੇ ਨੇ, ਇਹਨਾਂ ਦੀ ਜਿਹੜੀ ਰੈਗੂਲੇਸ਼ਨ ਆ ਉਹ ਕਰਨੀ। ਇਹ ਦੇਖਣਾ ਵੀ ਇਨਵੈਸਟਰ ਫਰਾਡ ਨਾ ਹੋਵੇ। ਜਿਹੜਾ ਛੋਟਾ ਇਨਵੈਸਟਰ ਜਿਹੜਾ $100, $1000, $10,000, $50,000 ਦਾ ਇਨਵੈਸਟ ਕਰਦਾ, ਉਹਦੇ ਨਾਲ ਧੋਖਾ ਨਾ ਹੋਵੇ, ਇਨਸਾਈਡਰ ਟ੍ਰੇਡਿੰਗ ਨਾ ਹੋਵੇ, ਇਸ ਕਿਸਮ ਦਾ। ਸੋ ਸਾਡੇ ਵਾਸਤੇ, ਸਾਰੇ ਪੰਜਾਬੀਆਂ ਵਾਸਤੇ ਮਾਣ ਦੀ ਗੱਲ ਹੈ ਕਿ ਜਦੋਂ ਸਾਡਾ ਕੋਈ ਪੰਜਾਬੀ ਤੇ ਸਿੱਖ ਭਰਾ ਇਹੋ ਜਿਹੀਆਂ ਵੱਡੀਆਂ ਪੋਸਟਾਂ 'ਤੇ ਜਾਂਦਾ, ਸਾਡੀ ਉਹਦੇ ਨਾਲ ਪਛਾਣ ਬਣਦੀ ਆ ਤੇ ਉਹ ਕੰਮ ਚੰਗਾ ਕਰਦਾ, ਉਹਨਾਂ ਸਾਡੀ ਰੈਪੂਟੇਸ਼ਨ ਵੀ ਵਧੀਆ ਬਣਦੀ ਆ। ਸੋ ਇਸ ਕਰਕੇ ਇਹ ਵੀ ਇੱਕ ਤਰੀਕਾ ਹੈਗਾ ਅਮਰੀਕਾ ਦੇ ਵਿੱਚ ਆਪਣੀ ਪਛਾਣ ਬਣਾਉਣ ਦਾ, ਤਾਂ ਕਿ ਸਾਡੇ ਖਿਲਾਫ ਹੇਟ ਕ੍ਰਾਈਮ ਵਗੈਰਾ ਨਾ ਹੋਣ। ਸੋ ਇਹ ਚੰਗੀ ਗੱਲ ਆ। ਹੋਰਾਂ ਬੰਦਿਆਂ ਨੂੰ ਵੀ ਇੱਦਾਂ ਅੱਗੇ ਆਉਣਾ ਚਾਹੀਦਾ। ਜਿਹੜੇ ਹੁਣ ਕਈ ਮੇਅਰ ਬਣਦੇ ਨੇ ਜਾਂ ਇਲੈਕਸ਼ਨ 'ਚ ਖੜ੍ਹੇ ਹੁੰਦੇ ਨੇ, ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ। ਇਹ ਟਰੈਂਡ ਜਿਹੜਾ ਜਿਵੇਂ ਹੁਣ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਹੋਣਾ ਚਾਹੀਦਾ। ਇਹਦੇ ਨਾਲ ਸਾਡੇ ਬਾਰੇ ਹੋਰਾਂ ਲੋਕਾਂ ਨੂੰ ਜਾਣਕਾਰੀ ਮਿਲੂਗੀ ਤੇ ਸਾਡਾ ਜ਼ਿਆਦਾ ਜਿਹੜਾ ਹੈਗਾ ਉਹ ਇੱਥੇ ਅਮਰੀਕਾ ਦੇ ਵਿੱਚ ਐਕਸੈਪਟੈਂਸ ਵਧੂਗੀ। ਸੋ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਉਹਨਾਂ ਨੂੰ ਵਧਾਈ ਦਿੱਤੀ ਆ।
ਤੇ ਇਹਦੇ ਨਾਲ ਹੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ। ਹੁਣ ਜਿਹੜੇ ਅੱਗੇ ਤੋਂ ਵੀ ਸਵਾਲ ਤੁਸੀਂ ਦੇਣੇ ਆ ਇਹਦੇ ਸਾਨੂੰ ਵੀਡੀਓ ਥੱਲੇ ਪਾਓ ਤਾਂ ਕਿ ਉਹਦੇ ਜਿਹੜੇ ਹੈਗੇ ਜਵਾਬ ਦੇ ਸਕੀਏ। ਤੇ ਜਾਂਦਾ ਜਾਂਦਾ ਇੱਕ ਵਾਰੀ ਮੈਂ ਤੁਹਾਨੂੰ ਵੀਜ਼ਾ ਬੁਲੇਟਿਨ ਫੇਰ ਦੱਸਦਾ, ਕਿਉਂਕਿ ਇੱਕ ਡਿਮਾਂਡ ਇੱਕ ਆਈ ਹੈ ਕਿ ਵੀਜ਼ਾ ਬੁਲੇਟਿਨ ਜਿਹੜਾ ਬੜਾ ਸਲੋ ਚੱਲ ਰਿਹਾ। ਸਲੋ ਤਾਂ ਚੱਲ ਰਿਹਾ, ਪਰ ਜਿਹੜਾ F4 ਕੈਟੇਗਰੀ 'ਚ 15 ਅਗਸਤ 2005 ਆ, F3 'ਚ 1 ਨਵੰਬਰ 2008 ਆ, F2B 'ਚ 15 ਸਤੰਬਰ 2015 ਆ, F2A 'ਚ ਕਰੰਟ ਆ, ਤੇ F1 'ਚ 15 ਨਵੰਬਰ 2014। ਸੋ ਕੈਟੇਗਰੀਆਂ ਸਲੋ ਮੂਵ ਹੋ ਰਹੀਆਂ ਨੇ, ਪਰ ਹੋ ਰਹੀਆਂ ਮੂਵ। ਸੋ ਇਸ ਕਰਕੇ ਇਹਨੂੰ ਟਾਈਮ ਲੱਗੂ, ਕੋਈ ਪਿੱਛੇ ਬੰਦ ਰਿਹਾ ਉਹਦੇ ਕਰਕੇ ਸਲੋ ਸੀਗਾ। ਤੇ ਹੁਣ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਹੁੰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।